ਹੈਲੋ ਸਟੂਡੈਂਟਸ, ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣੀ ਕਲਾਸ 10th ਚੈਪਟਰ 6 ਜਿਸ ਦਾ ਨਾਮ ਹੈ ਟ੍ਰਾਇੰਗਲਸ ਤ੍ਰੈਭੁਜ। ਐਕਸਰਸਾਈਜ਼ 6.1 ਅਸੀਂ ਕਰਾਂਗੇ, ਪਰ ਐਕਸਰਸਾਈਜ਼ 6.1 ਕਰਨ ਤੋਂ ਪਹਿਲਾਂ ਅਸੀਂ ਕੁਝ ਬੇਸਿਕ ਥੋੜਾ ਜਿਹਾ ਜਾਣਨਾ ਹੈ, ਜਿਸ ਦੇ ਵਿੱਚ ਸਾਡੇ ਕੋਲ ਆਉਂਦਾ ਹੈ ਕੌਂਗਰੈਂਸੀ ਤੇ ਦੂਸਰਾ ਕਨਸੈਪਟ ਹੈ ਸਾਡੇ ਕੋਲ ਸਿਮਿਲੈਰਿਟੀ। ਸੋ ਇਸ ਨੂੰ ਅਸੀਂ ਬੋਲਦੇ ਹਾਂ ਸਰਬੰਗ ਸਮਤਾ, ਇਸ ਨੂੰ ਅਸੀਂ ਬੋਲਦੇ ਹਾਂ ਸਮਰੂਪਤਾ। ਸੋ ਹੁਣ ਦੋਵਾਂ ਦੇ ਵਿੱਚ ਕੀ ਫਰਕ ਹੁੰਦਾ ਹੈ? ਇਸ ਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਆਉਣਗੀਆਂ, ਸ਼ੇਪ ਅਤੇ ਦੂਸਰੀ ਹੈ ਸਾਡੇ ਕੋਲ ਸਾਈਜ਼, ਰੂਪ ਅਤੇ ਆਕਾਰ। ਸੋ ਇਸ ਦੇ ਵਿੱਚ ਸਾਡੇ ਕੋਲ ਇਕੱਲਾ ਇੱਕ ਹੀ ਕਨਸੈਪਟ ਰਹਿੰਦਾ ਹੈ, ਜਿਹੜਾ ਰਹਿੰਦਾ ਹੈ ਸਾਡੇ ਕੋਲ ਸ਼ੇਪ। ਸੋ ਸਾਈਜ਼ ਜਿਹੜਾ ਇਸ ਦੇ ਵਿੱਚ ਸਾਡੇ ਕੋਲ ਜਿਹੜਾ ਕਿ ਮਿਸਿੰਗ ਹੁੰਦਾ ਹੈ। ਸੋ ਹੁਣ ਸ਼ੇਪ ਐਂਡ ਸਾਈਜ਼ ਦਾ ਮਤਲਬ ਕੀ ਹੈ? ਮਤਲਬ ਕਿ ਸਾਡੇ ਕੋਲ ਦੋ ਫਿਗਰਸ ਹਨ, ਮੰਨ ਲਓ ਇਸ ਸਾਈਡ ਤੇ ਸਾਡੇ ਕੋਲ। ਹੁਣ ਇਹਨਾਂ ਦੋਵਾਂ ਨੂੰ ਜੇਕਰ ਅਸੀਂ ਦੇਖੀਏ ਤਾਂ ਇਹ ਦੋਵੇਂ ਸਾਡੇ ਕੋਲ ਇੱਕੋ ਜਿਹੀਆਂ ਲੱਗ ਰਹੀਆਂ ਹਨ। ਕਲੀਅਰ ਨਾ? ਇਹ ਤਾਂ ਹੋ ਗਿਆ ਇਸ ਦਾ ਰੂਪ ਜਿਹੜਾ ਹੈ ਕਿ ਸਾਡੇ ਕੋਲ ਇਸ ਦੀ ਜਿਹੜੀ ਸ਼ੇਪ ਆਈ ਹੈ ਦੋਵਾਂ ਦੀ ਇੱਕੋ ਜਿਹੀ ਹੈ। ਮਤਲਬ ਕਿ ਇਹ ਵੀ ਸਾਡੇ ਕੋਲ ਇੱਕ ਟਰਾਇੰਗਲ ਹੈ ਤੇ ਇਹ ਵੀ ਸਾਡੇ ਕੋਲ ਇੱਕ ਟਰਾਇੰਗਲ ਜਿਹੜੀ ਕਿ ਹੈ। ਦੋਵਾਂ ਦੀ ਸ਼ੇਪ ਜਿਹੜੀ ਸਾਡੀ ਕੋਲ ਇੱਕੋ ਜਿਹੀ ਹੋ ਗਈ। ਮਤਲਬ ਕਿ ਸ਼ੇਪ ਇਜ਼ ਇਕੁਅਲ ਟੂ ਸ਼ੇਪ ਲਿਖਦੇ ਹਾਂ ਫਿਗਰ 1 ਐਂਡ ਫਿਗਰ 2। ਸ਼ੇਪ ਫਿਗਰ 1 ਇਜ਼ ਇਕੁਅਲ ਟੂ ਸ਼ੇਪ ਫਿਗਰ 2। ਸੋ ਪਹਿਲੀ ਆਕ੍ਰਿਤੀ ਦੀ ਜਿਹੜੀ ਰੂਪ ਹੈ ਦੂਜੀ ਆਕ੍ਰਿਤੀ ਦੇ ਬਰਾਬਰ ਹੈ। ਫਿਰ ਆਉਂਦਾ ਹੈ ਸਾਈਜ਼। ਹੁਣ ਸਾਈਜ਼ ਵੀ ਦੇਖੋ ਦੋਵਾਂ ਦਾ ਸਾਡੇ ਕੋਲ ਇੱਕੋ ਜਿਹਾ ਲੱਗ ਰਿਹਾ ਹੈ, ਸਿਰਫ ਫਰਕ ਇਹ ਹੈ ਕਿ ਇਨਵਰਸ ਦੇ ਵਿੱਚ ਸਾਡੇ ਕੋਲ ਦਿੱਤੀਆਂ ਗਈਆਂ ਹਨ। ਇੱਕ ਸਿੱਧੀ ਦਿੱਤੀ ਗਈ ਇਸ ਤਰ੍ਹਾਂ, ਇਸ ਨੂੰ ਅਸੀਂ ਥੋੜਾ ਉਲਟਾ ਦਿੱਤਾ ਗਿਆ, ਪੁੱਠਾ ਕਰਤਾ। ਸੋ ਇਹ ਵਾਲੀ ਭੁਜਾ ਜਿਹੜੀ ਇਸ ਦੇ ਬਰਾਬਰ ਆਏਗੀ, ਇਹ ਭੁਜਾ ਜਿਹੜੀ ਹੈ ਇਸ ਦੀ ਉਹ ਇਸ ਸਾਈਡ ਦੇ ਬਰਾਬਰ ਆ ਗਈ। ਜਿਹੜੀ ਇਹ ਭੁਜਾ ਹੈ ਸਾਡੇ ਕੋਲ ਇਸ ਦੇ ਇਸ ਸਾਈਡ ਦੇ ਜਿਹੜੀ ਬਰਾਬਰ ਉਹ ਆ ਜਾਂਦੀ ਹੈ। ਹੁਣ ਇਸ ਦੇ ਵਿੱਚ ਸ਼ੇਪ ਸੀ ਤੇ ਸਾਈਜ਼ ਵੀ ਜਿਹੜਾ ਸਾਡੇ ਕੋਲ ਹੈ ਦੋਵਾਂ ਦਾ, ਫਿਗਰ 1 ਦਾ ਐਂਡ ਸਾਈਜ਼ ਫਿਗਰ 2 ਜਿਹੜਾ ਹੈ ਸਾਡੇ ਕੋਲ ਦੋਵੇਂ ਬਰਾਬਰ ਹਨ। ਸੋ ਦੂਸਰੀ ਸਾਈਡ ਸਿਮਿਲੈਰਿਟੀ ਦੀ ਸਾਈਡ ਚੱਲਦੇ ਹਾਂ ਅਸੀਂ ਕਿ ਸਾਡੇ ਕੋਲ ਇੱਕ ਤ੍ਰੈਭੁਜ ਦਿੱਤੀ ਗਈ ਹੈ ਇਸ ਤਰ੍ਹਾਂ ਦੀ, ਅਤੇ ਦੂਸਰੀ ਤ੍ਰੈਭੁਜ ਸਾਡੇ ਕੋਲ ਇਹ ਦੇ ਦਿੱਤੀ ਗਈ। ਹੁਣ ਸਾਡੇ ਕੋਲ ਕੀ ਹੋਇਆ ਕਿ ਦੋਵਾਂ ਦਾ ਦੇਖੋ ਕਿ ਇਹ ਕੀ ਹੈ ਸਾਡੇ ਕੋਲ ਫਿਗਰ 1 ਜੋ ਹੈ ਜਾਂ ਫਿਗਰ 2 ਹੈ ਸਾਡੇ ਕੋਲ, ਇਹ ਹੈ ਸਾਡੇ ਕੋਲ ਕਿਹੜੀ ਸ਼ੇਪ ਹੈ? ਟਰਾਇੰਗਲ। ਸੋ ਇਹ ਵੀ ਸਾਡੇ ਕੋਲ ਕੀ ਹੈ? ਟਰਾਇੰਗਲ। ਸੋ ਦੋਵਾਂ ਦੀ ਜਿਹੜੀ ਸ਼ੇਪ ਹੈ ਸਾਡੇ ਕੋਲ, ਸ਼ੇਪ ਫਿਗਰ 1 ਇਜ਼ ਇਕੁਅਲ ਟੂ ਹੈ ਸ਼ੇਪ ਫਿਗਰ 2। ਸੋ ਦੋਵਾਂ ਦਾ ਰੂਪ ਜਿਹੜਾ ਹੈ ਸਾਡੇ ਕੋਲ ਬਰਾਬਰ ਹੈ ਤੇ ਆਕਾਰ ਸਿਰਫ ਜਿਹੜਾ ਹੈ ਉਹ ਸਾਡੇ ਕੋਲ ਸਰਬੰਗ ਸਮਤਾ ਦੇ ਵਿੱਚ ਹੀ ਬਰਾਬਰ ਆਉਂਦਾ ਹੈ, ਕੌਂਗਰੈਂਸੀ ਦੇ ਵਿੱਚ ਹੀ ਬਰਾਬਰ ਆਉਂਦਾ ਹੈ ਤੇ ਸਿਮਿਲੈਰਿਟੀ ਦੇ ਵਿੱਚ ਸਾਡੇ ਕੋਲ ਬਰਾਬਰ ਜਿਹੜਾ ਉਹ ਨਹੀਂ ਆਉਂਦਾ। ਸੋ ਇਹ ਹੈ ਸਾਡੇ ਕੋਲ ਇੱਕ ਬੇਸਿਕ ਐਂਡ ਮੇਨ ਡਿਫਰੈਂਸ ਜਿਹੜਾ ਹੈ ਕਿ ਇਸ ਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਹੁੰਦੀਆਂ ਨੇ, ਸ਼ੇਪ ਐਂਡ ਸਾਈਜ਼ ਦੋਵੇਂ ਇਕੁਅਲ ਹੁੰਦੇ ਹਨ, ਪਰ ਇਸ ਦੇ ਵਿੱਚ ਇਕੱਲੀ ਸਾਡੇ ਕੋਲ ਸ਼ੇਪ ਹੁੰਦੀ ਹੈ, ਸਾਈਜ਼ ਸਾਡੇ ਕੋਲ ਜਿਹੜਾ ਕਿ ਉਹ ਮਿਸਿੰਗ ਹੁੰਦਾ ਹੈ। ਸੋ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਇਸ ਦਾ ਸਿੰਬਲ। ਸੋ ਸਿੰਬਲ ਕੀ ਹੈ ਇਸ ਦਾ ਸਾਡੇ ਕੋਲ ਕੌਂਗਰੈਂਸੀ ਦਾ, ਕਿ ਇਸ ਤਰ੍ਹਾਂ ਸਾਡੇ ਕੋਲ ਇਕੁਅਲ ਟੂ ਦਾ ਸਾਈਨ ਦਿੱਤਾ ਗਿਆ ਹੋਏਗਾ ਤੇ ਉੱਪਰ ਸਾਡੇ ਕੋਲ ਇੱਕ ਇਸ ਤਰ੍ਹਾਂ ਇੱਕ ਕਰਵ ਸ਼ੇਪ ਦੇ ਵਿੱਚ ਇੱਕ ਹੋਰ ਕਰਵ ਜਿਹੜੀ ਉਹ ਦਿੱਤੀ ਗਈ ਹੋਵੇਗੀ। ਸੋ ਜਦੋਂ ਵੀ ਦੋ ਫਿਗਰ ਸਾਡੇ ਕੋਲ ਮਤਲਬ ਕਿ ਟਰਾਇੰਗਲ ਹੈ, ਸੋ ਅਸੀਂ ਲਿਖਦੇ ਹਾਂ ਇੱਥੇ ਫਿਗਰ 1 ਕੌਂਗਰੈਂਟ ਹੈ ਫਿਗਰ 2 ਦੇ। ਸੋ ਸ਼ੋ ਕਿਸ ਤਰ੍ਹਾਂ ਕਰਨਾ ਹੈ? ਇਹ ਵਾਲਾ ਸਿੰਬਲ ਹੈ ਸਾਡੇ ਕੋਲ ਜੋ ਸਾਡਾ ਕੌਂਗਰੈਂਸੀ ਦਾ ਜਾਂ ਸਰਬੰਗ ਸਮਤਾ ਦਾ ਸਿੰਬਲ ਹੈ। ਸੋ ਇਸ ਸਾਈਡ ਤੇ ਸਾਡੇ ਕੋਲ ਕੀ ਆਏਗਾ? ਸ਼ੇਪ ਅਸੀਂ ਲਿਖਦੇ ਹਾਂ ਫਿਗਰ 1 ਇਜ਼ ਇਕੁਅਲ ਟੂ ਹੈ ਫਿਗਰ 2। ਮਤਲਬ ਕਿ ਇੱਧਰ ਇਕੱਲਾ ਸਾਡੇ ਕੋਲ ਇੱਕ ਹੀ ਸਾਈਨ ਹੋਏਗਾ, ਓਨਲੀ ਇਹ ਜੋ ਕਰਵ ਸਾਡੇ ਕੋਲ ਦਿੱਤੀ ਗਈ ਹੈ ਸਿਮਿਲੈਰਿਟੀ ਦਾ ਸਾਈਨ। ਸੋ ਇਹ ਹੈ ਸਾਡੇ ਕੋਲ ਕੌਂਗਰੈਂਸੀ ਐਂਡ ਸਿਮਿਲੈਰਿਟੀ ਦੇ ਵਿੱਚ ਡਿਫਰੈਂਸ। ਸੋ ਇਸ ਦੇ ਆਧਾਰ ਤੇ ਸਾਡੇ ਮੋਸਟਲੀ ਜਿਹੜੇ ਕੁਐਸਚਨ ਹੋਣਗੇ ਸਾਰੇ ਹੀ ਸਾਡੇ ਇਸ ਦੇ ਬੇਸਿਕ ਤੇ ਹੀ ਆਧਾਰਿਤ ਹੋਣਗੇ। ਸੋ ਹੁਣ ਅਸੀਂ ਸਟਾਰਟ ਕਰਾਂਗੇ ਆਪਣੀ ਕਲਾਸ ਜਿਹੜੀ ਹੈ ਐਕਸਰਸਾਈਜ਼ 6.1 ਦੇ ਕੁਐਸਚਨਸ। ਸੋ ਦੇਖਦੇ ਹਾਂ ਕਿ ਸਾਡੇ ਕੋਲ ਕਿਹੜੇ ਜਿਹੜੇ ਕੁਐਸਚਨਸ ਨੇ ਦਿੱਤੇ ਗਏ ਹਨ ਐਕਸਰਸਾਈਜ਼ ਦੇ ਵਿੱਚ। ਸੋ ਐਕਸਰਸਾਈਜ਼ ਦੇ ਵਿੱਚ ਸਾਡੇ ਕੋਲ ਫਸਟ ਕੁਐਸਚਨ ਹੈ, ਕੁਐਸਚਨ ਫਸਟ, ਜਿਸ ਵਿੱਚ ਸਾਡੇ ਕੋਲ ਹੈ ਖਾਲੀ ਸਥਾਨ ਭਰੋ। ਖਾਲੀ ਸਥਾਨ मतलब कि साढ़े को है
ਫਿਲਅਪਸ। ਸੋ ਖਾਲੀ ਥਾਵਾਂ ਭਰਨੀ ਹਨ ਅਸੀਂ। ਸੋ ਪਹਿਲੀ ਹੈ ਸਾਡੇ ਕੋਲ ਸਾਰੇ ਚੱਕਰ ਡੈਸ਼ ਹੁੰਦੇ ਹਨ। ਸੋ ਬ੍ਰੈਕਟ ਵਿੱਚ ਸਾਡੇ ਕੋਲ ਦੋ ਜਿਹੜੀਆਂ ਆਪਸ਼ਨਸ ਗਿਵਨ ਦਿੱਤੀਆਂ ਗਈਆਂ ਹਨ। ਪਹਿਲੀ ਹੈ ਸਾਡੇ ਕੋਲ ਸਰਬੰਕਸਮ ਅਤੇ ਦੂਸਰੀ ਹੈ ਸਾਡੇ ਕੋਲ ਸਮਰੂਪ। ਸੋ ਦੋਵਾਂ ਦੇ ਵਿੱਚ ਸਾਡੇ ਕੋਲ ਹੁਣ ਕਿਹੜਾ ਜਿਹੜਾ ਕਿ ਆਪਸ਼ਨ ਜਿਹੜੀ ਆਏਗੀ। ਸੋ ਅਸੀਂ ਸਭ ਤੋਂ ਪਹਿਲਾਂ ਚੱਕਰਾਂ ਦੀ ਗੱਲ ਕਰਾਂਗੇ। ਸੋ ਦੇਖੋ ਚੱਕਰ ਸਾਡੇ ਕੋਲ ਇੱਕ ਮੈਂ ਚੱਕਰ ਇਹ ਬਣਾਉਂਦਾ, ਦੂਸਰਾ ਚੱਕਰ ਇਸ ਤਰ੍ਹਾਂ ਬਣਾ ਲਿਆ, ਇੱਕ ਚੱਕਰ ਮੈਂ ਹੋਰ ਬਣਾ ਲਿਆ ਇਸ ਤਰ੍ਹਾਂ। ਸੋ ਸਾਰਿਆਂ ਦੀ ਜਿਹੜੀ ਸ਼ੇਪ ਹੈ ਸਾਡੇ ਕੋਲ ਇੱਕ ਸਰਕੂਲਰ ਹੈ, ਠੀਕ ਹੈ ਨਾ। ਕੋਈ ਚੱਕਰ ਛੋਟਾ ਹੈ, ਕੋਈ ਵੱਡਾ ਹੈ, ਪਰ ਸਾਡੇ ਕੋਲ ਕੀ ਹੋ ਗਿਆ, ਸਾਰਿਆਂ ਦੀ ਸ਼ੇਪ ਤਾਂ ਸੇਮ ਹੋ ਗਈ ਨਾ, ਸਾਡੇ ਕੋਲ ਰੂਪ ਤਾਂ ਇੱਕੋ ਜਿਹਾ ਹੋ ਗਿਆ। ਇਹਦਾ ਮਤਲਬ ਸਾਡੇ ਕੋਲ ਸਿਮਿਲਰ ਹੋਣਗੇ, ਠੀਕ ਹੈ ਨਾ। ਇਹ ਸਾਡੇ ਕੋਲ ਇਹਦੇ ਸਿਮਿਲਰ ਆ ਗਿਆ, ਵੀ ਇਸ ਦੇ ਸਿਮਿਲਰ ਹੋ ਗਿਆ। ਹੁਣ ਦੂਸਰੀ ਗੱਲ, ਜੇਕਰ ਚੱਕਰ ਸਾਡੇ ਕੋਲ ਦੋਵੇਂ ਬਰਾਬਰ ਹੋਣਗੇ, ਠੀਕ ਹੈ। ਹੁਣ ਜਦੋਂ ਸਾਡੇ ਕੋਲ ਦੋਵੇਂ ਸਰਕਲ ਜਿਹੜੇ ਨੇ ਉਹ ਬਰਾਬਰ ਹੋਣਗੇ ਤਾਂ ਸਾਡੇ ਕੋਲ ਆਏਗਾ ਸਰਬੰਗ ਸਮਤਾ, ਕੌਂਗਰੈਂਸੀ ਆਏਗੀ ਨਾ, ਕੌਂਗਰੈਂਟ ਦਾ ਸਾਈਨ ਆਏਗਾ। ਹੁਣ ਅਸੀਂ ਦੋਵਾਂ ਆਪਸ਼ਨ ਚੋਂ ਕਿਹੜੀ ਆਪਸ਼ਨ ਨੂੰ ਸਹੀ ਮੰਨ ਕੇ ਚੱਲਣਾ ਹੈ। ਸੋ ਧਿਆਨ ਦੇਣਾ ਕਿ ਸਾਰੇ ਸਰਕਲ ਪਹਿਲੀ ਗੱਲ ਤਾਂ ਸਾਡੇ ਕੋਲ ਇੱਕੋ ਜਿਹੇ ਨਹੀਂ ਹੁੰਦੇ, ਕਲੀਅਰ। ਸੋ ਦੋਵਾਂ ਦੇ ਵਿੱਚ ਸਾਡੇ ਕੋਲ ਦੇਖੋ ਕਿ ਜੇ ਸਰਕਲ ਬਰਾਬਰ ਹਨ ਤਾਂ ਸਾਡੇ ਕੋਲ ਸਮਰੂਪ ਵੀ ਹਨ, ਸ਼ੇਪ ਵੀ ਇੱਕੋ ਜਿਹੀ ਹੈ ਨਾ। ਸੋ ਇਸ ਲਈ ਅਸੀਂ ਮੇਨ ਜਿਹੜਾ ਸਾਡਾ ਆਨਸਰ ਹੋਏਗਾ ਉਹ ਹੋਏਗਾ ਸਾਡਾ ਸਮਰੂਪ, ਇਹ ਸਿਮਿਲੈਰਿਟੀ, ਸਮਰੂਪ। all the circles are similar। ਸੈਕਿੰਡ ਹੈ ਸਾਡੇ ਕੋਲ ਖਾਲੀ ਥਾਂ ਦਿੱਤੀ ਗਈ ਹੈ, ਸਾਰੇ ਵਰਗ ਡੈਸ਼ ਹੁੰਦੇ ਹਨ, all the squares are ਡੈਸ਼, ਠੀਕ ਹੈ। ਸੋ ਸੇਮ ਆਪਸ਼ਨ ਨੇ ਸਾਡੇ ਕੋਲ ਸਰਬੰਕਸਮ ਐਂਡ ਸਮਰੂਪਤਾ। ਸੋ ਵਰਗ ਦੇਖੋ ਸਾਡੇ ਕੋਲ ਇੱਕ ਛੋਟਾ ਵਰਗ ਬਣਾਉਂਦੇ ਆ, ਇਸ ਤੋਂ ਛੋਟਾ ਵਰਗ ਬਣਾ ਲਓ, ਫਿਰ ਕੋਈ ਵਰਗ ਇਸ ਤੋਂ ਵੱਡਾ ਬਣਾ ਲਓ। ਹੁਣ ਵਰਗ ਦੀ ਸਿਮਿਲੈਰਿਟੀ ਕੀ ਹੁੰਦੀ ਕਿ ਇਸ ਦੀਆਂ ਚਾਰੇ ਭੁਜਾਵਾਂ ਜਿਹੜੀਆਂ ਆਪਸ ਵਿੱਚ ਕੀ ਹੁੰਦੀਆਂ ਹਨ, ਉਹ ਬਰਾਬਰ ਹੁੰਦੀਆਂ ਹਨ। ਸੋ ਕਲੀਅਰ, ਦੇਖੋ ਅਸੀਂ ਇਹ ਭੁਜਾਵਾਂ ਜਿਹੜੀਆਂ ਨੇ ਇੱਕ ਇੱਕ ਲਾਈਨ ਲਗਾਈ ਹੈ, ਚਾਰੇ ਭੁਜਾਵਾਂ ਬਰਾਬਰ, ਦੋ ਦੋ ਲਾਈਨਸ ਲਗਾਈਆਂ ਹਨ, ਦੋਵੇਂ ਭੁਜਾਵਾਂ ਬਰਾਬਰ ਹਨ, ਇਸ ਦੀਆਂ ਚਾਰੋਂ ਭੁਜਾਵਾਂ ਬਰਾਬਰ। ਇੱਥੇ ਤਿੰਨ ਤਿੰਨ ਲਗਾਈਆਂ ਹਨ ਲਾਈਨਸ ਕੇ, ਉਹ ਦੱਸ ਰਹੀਆਂ ਕਿ ਇਸ ਦੀਆਂ ਚਾਰੇ ਭੁਜਾਵਾਂ ਜਿਹੜੀਆਂ ਨੇ ਉਹ ਆਪਸ ਵਿੱਚ ਕੀ ਹਨ, ਬਰਾਬਰ ਹਨ। ਸੋ ਜਦੋਂ ਬਰਾਬਰ ਹਨ ਸਾਡੇ ਕੋਲ ਤਾਂ ਦੋਵੇਂ ਤਿੰਨੋਂ ਹੀ ਸ਼ੇਪਸ ਸਾਡੇ ਕੋਲ ਦੇਖੋ ਕੀ ਆ ਰਹੀਆਂ ਹਨ, ਸਾਡੇ ਕੋਲ ਇੱਕੋ ਜਿਹੀਆਂ ਹਨ ਆਕਾਰ ਦੇ ਵਿੱਚ ਸਾਡੇ ਕੋਲ। ਸੋ ਜਦੋਂ ਸਾਡੇ ਕੋਲ ਰੂਪ ਦੇ ਵਿੱਚ ਹੁਣ ਦੇਖੋ ਸਾਡੇ ਕੋਲ ਤਿੰਨ ਫਿਗਰਸ ਹਨ, ਤਿੰਨੋਂ ਹੀ ਫਿਗਰਸ ਜਿਹੜੀਆਂ ਨੇ ਸਾਡੇ ਕੋਲ ਵੇਖਣ ਨੂੰ ਇੱਕੋ ਜਿਹੀਆਂ ਲੱਗ ਰਹੀਆਂ ਹਨ, ਇਸ ਲਈ ਸਾਡੇ ਕੋਲ ਇਹ ਕੀ ਹੋਣਗੀਆਂ, ਸਮਰੂਪ ਹੋਣਗੀਆਂ। ਸੋ ਸਾਡਾ ਆਨਸਰ ਕੀ ਆ ਜਾਏਗਾ, ਸਮਰੂਪ ਆ ਜਾਏਗਾ, ਸਿਮਿਲਰ। ਫਿਰ ਸਾਡੇ ਕੋਲ ਤੀਸਰੇ ਨੰਬਰ ਤੇ ਜੋ ਬਲੈਂਕਸ ਦਿੱਤੀ ਗਈ ਹੈ ਉਹ ਹੈ ਸਾਰੇ ਡੈਸ਼ ਤ੍ਰੈਭੁਜ ਸਮਰੂਪ ਹੁੰਦੇ ਹਨ। ਸੋ ਹੁਣ ਇਸ ਦੇ ਵਿੱਚ ਸਾਡੇ ਕੋਲ ਜਿਹੜੀ ਆਪਸ਼ਨ ਹੈ ਉਹ ਕੀ ਦਿੱਤੀ ਗਈ ਹੈ, ਸਮ ਦੋਭੁਜੀ ਤ੍ਰੈਭੁਜ ਤੇ ਨਾਲ ਦਿੱਤੀ ਗਈ ਸਾਡੇ ਕੋਲ ਸਮਭੁਜੀ ਤ੍ਰੈਭੁਜ। ਸੋ ਇਸ ਨੂੰ ਬੋਲਦੇ ਹਾਂ ਅਸੀਂ ਆਈਸੋਸਕੈਲਸ। ਇਹ ਸਾਡੇ ਕੋਲ ਹੈ ਇਕੁਇਲੇਟਰਲ ਟ੍ਰਾਇੰਗਲ। ਸੋ ਹੁਣ ਸਾਨੂੰ ਸਭ ਤੋਂ ਪਹਿਲਾਂ ਇਸ ਖਾਲੀ ਥਾਂ ਨੂੰ ਭਰਨ ਦੇ ਲਈ ਇਹਨਾਂ ਦੋਵੇਂ ਚੀਜ਼ਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਹੁਣ ਅਸੀਂ ਸਭ ਤੋਂ ਪਹਿਲਾਂ ਆਈਸੋਸਕੈਲ ਟ੍ਰਾਇੰਗਲ ਜਿਹੜੀ ਹੈ ਸਮਦੋਭੁਜ ਦੀ ਗੱਲ ਕਰਾਂਗੇ। ਇਹ ਦੇਖੋ ਸਾਡੇ ਕੋਲ ਇੱਕ ਸਮਦੋਭੁਜੀ ਤ੍ਰੈਭੁਜ ਜਿਹੜੀ ਉਹ ਬਣ ਜਾਂਦੀ ਹੈ, ਜਿਸ ਦੀਆਂ ਇਹ ਦੋਵੇਂ ਭੁਜਾਵਾਂ ਬਰਾਬਰ ਹਨ। ਇਹ ਸਾਡੇ ਕੋਲ ਅਲੱਗ ਹੈ। ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ। ਹੁਣ ਦੇਖੋ ਸਾਡੇ ਕੋਲ ਇਹ ਦੋਵੇਂ ਬਰਾਬਰ ਹਨ ਤੇ ਇਹ ਭੁਜਾ ਜਿਹੜੀ ਸਾਡੇ ਕੋਲ ਅਲੱਗ ਹੈ, ਕਲੀਅਰ। ਹੁਣ ਦੱਸਣਾ ਸੀ ਹੈ ਕਿ ਸਾਰੇ ਡੈਸ਼ ਤ੍ਰੈਭੁਜ ਕਿਹੜੇ ਤ੍ਰੈਭੁਜ ਜਿਹੜੇ ਸਮਰੂਪ ਹੁੰਦੇ ਹਨ। ਹੁਣ ਦੇਖੋ ਇਕੁਇਲੇਟਰ ਟ੍ਰਾਇੰਗਲ ਬਣਾ ਲਓ, ਇੱਕ ਅਸੀਂ ਇਹ ਬਣਾ ਲਈ, ਤਿੰਨੇ ਭੁਜਾਵਾਂ ਬਰਾਬਰ। ਫਿਰ ਅਸੀਂ ਇੱਕ ਛੋਟੀ ਜਿਹੀ ਬਣਾ ਲੈਂਦੇ ਹਾਂ, ਠੀਕ ਹੈ। ਇਹ ਵੀ ਆਪਸ ਵਿੱਚ ਬਰਾਬਰ ਹੈ ਸਾਡੇ ਕੋਲ ਤਿੰਨੇ ਭੁਜਾਵਾਂ। ਸੋ ਜਦੋਂ ਸਾਡੇ ਕੋਲ ਬਰਾਬਰ ਹੋਣਗੀਆਂ ਤਾਂ ਦੇਖੋ ਇਹ ਵੀ
ਤਿੰਨੇ ਭੁਜਾਵਾਂ ਬਰਾਬਰ ਲੱਗ ਰਹੀਆਂ ਹਨ, ਇਸ ਦੀਆਂ ਵੀ ਤਿੰਨੋਂ ਭੁਜਾਵਾਂ ਜਿਹੜੀਆਂ ਉਹ ਬਰਾਬਰ ਲੱਗ ਰਹੀਆਂ ਹਨ। ਸੋ ਇਸ ਲਈ ਜਿਹੜੀਆਂ ਸਮਭੁਜ ਤ੍ਰੈਭੁਜ ਹੁੰਦੀਆਂ ਹਨ ਉਹ ਸਾਡੇ ਕੋਲ ਕੀ ਹੁੰਦੀਆਂ ਹਨ, ਸਮਰੂਪ। ਸੋ ਸਾਡੇ ਕੋਲ ਕੀ ਆਨਸਰ ਆਏਗਾ, ਸਮਭੁਜੀ ਤ੍ਰੈਭੁਜ। ਸੋ ਇਕੁਇਲੇਟਰਲ ਟਰਾਇੰਗਲ। ਫਿਰ ਸਾਡੇ ਕੋਲ ਚੌਥੇ ਨੰਬਰ ਤੇ ਦਿੱਤਾ ਗਿਆ ਹੈ ਜੋ ਖਾਲੀ ਥਾਂ ਹੈ, ਭੁਜਾਵਾਂ ਦੀ ਇੱਕ ਸਮਾਨ ਸੰਖਿਆ ਵਾਲੇ ਬਹੁਭੁਜ ਸਮਰੂਪ ਹੁੰਦੇ ਹਨ। ਸੋ ਦੱਸਣਾ ਅਸੀਂ ਹੈ ਭਾਗ 1, ਉਹਨਾਂ ਦੇ ਕੋਣ ਡੈਸ਼ ਹੋਣ ਅਤੇ ਨੰਬਰ 2 ਉਹਨਾਂ ਦੀਆਂ ਸੰਗਤ ਭੁਜਾਵਾਂ ਡੈਸ਼ ਹੋਣ। ਸੋ ਖਾਲੀ ਥਾਂ ਦੇ ਵਿੱਚ ਸਾਡੇ ਕੋਲ ਦਿੱਤਾ ਗਿਆ ਹੈ ਬਰਾਬਰ ਅਤੇ ਸਮਰੂਪ। ਸੋ ਧਿਆਨ ਦਿਓ ਕਿ ਬਲੈਂਕ ਸਪੇਸ ਸਾਡੇ ਕੋਲ ਦੋ ਆਪਸ਼ਨ ਆ, ਬਰਾਬਰ ਅਤੇ ਸਮਰੂਪ। ਸੋ ਸਾਨੂੰ ਉੱਪਰ ਦਿੱਤਾ ਕਿ ਭੁਜਾਵਾਂ ਦੀਆਂ ਇੱਕ ਸਮਾਨ ਸੰਖਿਆ ਵਾਲੇ ਬਹੁਭੁਜ ਸਮਰੂਪ ਹੁੰਦੇ ਹਨ। ਸੋ ਸਮਰੂਪ ਤਾਂ ਸਾਨੂੰ ਪਹਿਲਾਂ ਦੱਸਤਾ ਕਿ ਉਹ ਸਮਰੂਪ ਹੁੰਦੇ ਆ ਜਿਸ ਦੀਆਂ ਭੁਜਾਵਾਂ ਜਿਹੜੀਆਂ ਨੇ ਸਾਡੇ ਕੋਲ ਇੱਕ ਸਮਾਨ ਸੰਖਿਆ ਦੇ ਵਿੱਚ ਹੋਣ। ਸੋ ਉਹਨਾਂ ਦੇ ਕੋਣ ਕੀ ਹੋਣਗੇ, ਫਿਰ ਸਾਡੇ ਕੋਲ ਬਰਾਬਰ। ਸਮਰੂਪ ਤਾਂ ਪਹਿਲਾਂ ਹੀ ਹਨ ਸਾਡੇ ਕੋਲ, ਤਾਂ ਹੋਣਗੇ ਕਿ ਉਹਨਾਂ ਦੇ ਕੋਣ ਜਿਹੜੇ ਹੋਣਗੇ ਉਹ ਕੀ ਹੋਣਗੇ, ਸਾਡੇ ਕੋਲ ਬਰਾਬਰ ਹੋਣਗੇ। ਜਾਂ ਪਹਿਲੇ ਦੇ ਵਿੱਚ ਸਾਡੇ ਕੋਲ ਆਉਂਦਾ ਉਹਨਾਂ ਦੇ ਕੋਣ ਬਰਾਬਰ ਹੋਣ, ਠੀਕ ਹੈ। ਦੂਸਰਾ ਹੈ ਸਾਡੇ ਕੋਲ ਉਹਨਾਂ ਦੀਆਂ ਸੰਗਤ ਭੁਜਾਵਾਂ ਡੈਸ਼ ਹੋਣ। ਸੋ ਜਿਹੜੀਆਂ ਵੀ ਸੰਗਤ ਭੁਜਾਵਾਂ ਹੁੰਦੀਆਂ ਨੇ, ਜਦੋਂ ਵੀ ਬਹੁਭੁਜ ਸਾਡੇ ਕੋਲ ਸਮਰੂਪ ਹੁੰਦੇ ਹਨ, ਅਸੀਂ ਆਪਣੇ ਇੰਟਰੋਡਕਸ਼ਨ ਟੌਪਿਕ ਦੇ ਵਿੱਚ ਸਿੱਖਿਆ ਹੈ, ਸਮਰੂਪ ਹੁੰਦੇ ਹਨ ਤਾਂ ਉਹਨਾਂ ਦੀਆਂ ਭੁਜਾਵਾਂ ਜਿਹੜੀਆਂ ਨੇ ਆਪਸ ਵਿੱਚ ਕੀ ਹੁੰਦੀਆਂ ਹਨ, ਸਮਰੂਪ, ਜਿਹੜੀਆਂ ਕਿ ਇੱਥੇ ਆ ਸਾਡੇ ਕੋਲ ਸਮਾਨ ਅਨੁਪਾਤੀ। ਇੱਥੇ ਸਾਡੇ ਕੋਲ ਕੀ ਆ ਜਾਏਗਾ, ਸਮਾਨ ਅਨੁਪਾਤੀ। ਸੋ ਭੁਜਾਵਾਂ ਜਿਹੜੀਆਂ ਨੇ ਉਹ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ ਤਾਂ ਸਾਡੇ ਕੋਲ ਜਿਹੜੀਆਂ ਦੋ ਤ੍ਰੈਭੁਜ ਹੋਣਗੀਆਂ ਜਾਂ ਕੋਈ ਵੀ ਦੋ ਬਹੁਭੁਜ ਹੋਣਗੇ ਉਹ ਆਪਸ ਵਿੱਚ ਸਮਰੂਪ ਹੋਣਗੇ। ਸੋ ਇਸ ਦਾ ਕਹਿਣ ਦਾ ਮਤਲਬ ਕਿ ਅਸੀਂ ਇੱਕ ਵਾਰੀ ਕਲੀਅਰ ਕਰ ਲੈਂਦੇ ਹਾਂ। ਮੰਨ ਲਓ ਕਿ ਸਾਡੇ ਕੋਲ ਦੋ ਤ੍ਰੈਭੁਜ ਦਿੱਤੇ ਗਏ ਹਨ, ਇੱਕ ਸਾਡੇ ਕੋਲ ਦਿੱਤਾ ਗਿਆ, ਦੂਸਰਾ ਸਾਡੇ ਕੋਲ ਇਸ ਤਰ੍ਹਾਂ ਇੱਕ ਹੋਰ ਦਿੱਤਾ ਗਿਆ। ਇਹ ਭੁਜਾ ਹੈ 3, ਇਹ ਵੀ 3 ਹੈ, ਇਹ ਵੀ 3 ਹੈ, ਇਹ ਸਾਡੇ ਕੋਲ ਹੈ 6, ਇਹ ਵੀ 6 ਅਤੇ ਇਹ ਵੀ 6। ਸੋ ਇਸ ਦਾ ਨਾਂ ਹੈ ABC, ਇਸ ਦਾ ਨਾਂ ਹੈ PQR। ਹੁਣ ਧਿਆਨ ਦਿਓ ਕਿ ਸਾਡੇ ਕੋਲ ਇਹ ਭੁਜਾ 3 ਹੈ, ਇਹ ਵੀ ਭੁਜਾ 3 ਹੈ, ਦੋਵੇਂ ਕੋਣ ਆਪਸ ਵਿੱਚ ਬਰਾਬਰ ਹੋਣਗੇ, ਮਤਲਬ ਕਿ ਤਿੰਨੇ ਕੋਣ ਬਰਾਬਰ ਆ ਗਏ ਸਾਡੇ ਕੋਲ। ਹੁਣ ਦੇਖੋ ਸਾਡੇ ਕੋਲ ਅਸੀਂ ਭੁਜਾਵਾਂ ਦਾ ਅਨੁਪਾਤ ਚੈੱਕ ਕਰਨਾ ਹੈ। ਸੋ AB ਵਟਾ PQ ਬਰਾਬਰ ਸਾਡੇ ਕੋਲ BC ਵਟਾ QR ਬਰਾਬਰ AC ਵਟਾ PR। ਸੋ ਇਹ ਹੈ ਸਾਡੇ ਕੋਲ ਸਮਾਨ ਅਨੁਪਾਤ। ਕਿਸ ਤਰ੍ਹਾਂ, ਸੋ 3 ਵਟਾ ਆ ਗਿਆ ਸਾਡੇ ਕੋਲ 6, ਫਿਰ ਸਾਡੇ ਕੋਲ ਬਰਾਬਰ 3 ਵਟਾ 6 ਆ ਗਿਆ, ਫਿਰ ਸਾਡੇ ਕੋਲ ਬਰਾਬਰ ਆ ਜਾਏਗਾ 3 ਵਟਾ 6। ਸੋ 3 × 3 3 ਦੂਣੀ 6, 3 × 3 3 ਦੂਣੀ 6, 3 × 3 3 ਦੂਣੀ 6। ਸੋ ਸਾਰੇ ਦਾ ਹੀ ਆਨਸਰ ਸਾਡੇ ਕੋਲ ਕੀ ਆਉਂਦਾ, 1/2 ਬਰਾਬਰ 1/2 ਬਰਾਬਰ 1/2। ਸੋ ਇਹਦਾ ਮਤਲਬ ਇਹਦਾ ਅਨੁਪਾਤ ਸਾਡੇ ਕੋਲ ਕੀ ਆ ਗਿਆ, 1/2 ਆ ਗਿਆ ਸਾਰੀਆਂ ਭੁਜਾਵਾਂ ਦਾ। ਸੋ ਇਹੀ ਹੈ ਸਾਡਾ ਸਮਾਨ ਅਨੁਪਾਤੀ। ਸੋ ਇਸ ਕਰਕੇ ਜਦੋਂ ਭੁਜਾਵਾਂ ਸਾਡੇ ਕੋਲ ਸਮਾਨ ਅਨੁਪਾਤੀ ਹੋਣਗੀਆਂ ਤਾਂ ਉਹ ਜਿਹੜੇ ਬਹੁਭੁਜ ਹੋਣਗੇ ਸਾਡੇ ਕੋਲ ਸਮਰੂਪ ਹੋਣਗੇ। ਤੇ ਇਹਨਾਂ ਦੇ ਜਿਹੜੇ ਕੋਣ ਹੋਣਗੇ ਸਾਡੇ ਕੋਲ A ਐਂਗਲ ਜਿਹੜਾ ਉਹ ਬਰਾਬਰ ਹੋਏਗਾ ਸਾਡੇ ਕੋਲ P ਐਂਗਲ ਦੇ। ਸੋ ਜਿਹੜਾ B ਹੋਏਗਾ ਸਾਡੇ ਕੋਲ ਉਹ Q ਦੇ ਬਰਾਬਰ ਹੋਏਗਾ। ਸੋ ਜਿਹੜਾ C ਹੋਏਗਾ ਸਾਡੇ ਕੋਲ ਉਹ ਸਾਡੇ ਐਂਗਲ ਜਿਹੜਾ ਹੈ ਉਹ R ਦੇ ਬਰਾਬਰ ਜਿਹੜਾ ਉਹ ਹੋਵੇਗਾ। ਸੋ ਇਸ ਤਰ੍ਹਾਂ ਕੋਣ ਸਾਡੇ ਕੋਲ ਬਰਾਬਰ ਰਹਿੰਦੇ ਹਨ। ਭੁਜਾਵਾਂ ਦਾ ਜਿਹੜਾ ਅਨੁਪਾਤ ਹੁੰਦਾ ਸਾਡੇ ਕੋਲ ਸਮਾਨ ਅਨੁਪਾਤ ਦੇ ਵਿੱਚ ਹੁੰਦਾ। ਮੰਨ ਲਿਆ ਕਿ ਕਿਸੇ ਵੀ ਦੋ ਭੁਜਾਵਾਂ ਦਾ ਇਸ ਤਰ੍ਹਾਂ ਅਸੀਂ ਅਨੁਪਾਤ ਕੱਢੀਏ, ਇਹਦਾ ਵੀ 1/2 ਆਇਆ, ਅਗਲੀ ਦਾ ਵੀ 1/2 ਆਏਗਾ ਤੇ ਫਿਰ ਤੀਸਰੀ ਜਿਹੜੀ ਹੈ ਉਸ ਦਾ ਵੀ 1/2 ਜਿਹੜਾ ਸਾਡੇ ਕੋਲ ਆਏਗਾ। ਸੋ ਅਸੀਂ ਤ੍ਰੈਭੁਜ, ਇਸ ਤਰ੍ਹਾਂ ਅਸੀਂ ਚਤੁਰਭੁਜ ਵੀ ਦਰਸਾ ਸਕਦੇ ਹਾਂ ਜਾਂ ਕੋਈ ਵੀ ਸਾਡੇ ਕੋਲ ਜਿਹੜੀ ਬਹੁਭੁਜ ਦਿੱਤੀ ਗਈ ਹੋਵੇ ਉਸ ਨੂੰ ਅਸੀਂ ਸਮਾਨ ਅਨੁਪਾਤ ਦੇ ਵਿੱਚ ਜਿਹੜਾ ਕਿ ਕਦੋਂ ਦੱਸਣਾ ਹੈ, ਕਦੋਂ ਕਹਿਣਾ ਹੈ, ਅਸੀਂ ਉਹ ਵੇਖ ਲਿਆ ਹੈ। ਸੋ ਇਸ ਤੋਂ ਬਾਅਦ ਸਾਡੇ ਕੋਲ ਕੁਐਸਚਨ ਆਉਂਦਾ ਸਾਡਾ ਕੁਐਸਚਨ ਨੰਬਰ 2। ਸੋ
ਸੋ ਦੇਖਦੇ ਹਾਂ ਆਪਣਾ ਕੁਐਸਚਨ ਨੰਬਰ ਅਸੀਂ ਜਿਹੜਾ ਸੈਕਿੰਡ ਹੈ ਸਾਡਾ ਆਪਣੀ ਅਗਲੀ ਕਲਾਸ ਦੇ ਵਿੱਚ, ਇਹ ਸੀ ਸਾਡਾ ਫਸਟ ਕੁਐਸਚਨ। ਸੋ ਉਮੀਦ ਕਰਦਾ ਕਿ ਤੁਹਾਨੂੰ ਕੁਐਸਚਨ ਜਿਹੜਾ ਉਹ ਫਸਟ ਹੈ ਉਸ ਦੀਆਂ ਬਲੈਂਕਸ ਜਿਹੜੀਆਂ ਨੇ ਉਹ ਕਲੀਅਰ ਹੋ ਗਈਆਂ ਹੋਣਗੀਆਂ। ਸੋ ਮਿਲਦੇ ਹਾਂ ਆਪਾਂ ਅਗਲੀ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।